ਹੁਣ ਕੰਜੰਕਸ਼ਨ ਤੇ ਨਾ ਆਪਣੇ ਕੋਲ ਜਿਹੜੇ ਪ੍ਰੈਪੋਜੀਸ਼ਨ ਹੁੰਦੇ ਨੇ, ਠੀਕ ਹੈ, ਉਹਨਾਂ ਦੇ ਵਿੱਚ ਕਦੇ ਕਦੇ ਕਨਫਿਊਜ਼ਨ ਆ ਜਾਂਦੀ ਹੈ। ਕੰਜੰਕਸ਼ਨ ਕਦੇ ਕਦੇ ਆਪਾਂ ਨੂੰ ਕਹਿੰਦੇ ਵੀ ਆ ਕੰਜੰਕਸ਼ਨ ਲੱਗਿਆ ਹੋਇਆ, ਪ੍ਰੈਪੋਜੀਸ਼ਨ ਲੱਗਿਆ ਹੋਇਆ ਵਾ, ਉਹਨਾਂ ਦਾ ਡਿਫਰੈਂਸ਼ੀਏਟ ਕੀ ਹੁੰਦਾ ਵਾ। ਸਭ ਤੋਂ ਪਹਿਲਾਂ ਆਪਾਂ ਪ੍ਰੈਪੋਜੀਸ਼ਨ ਦੀ ਗੱਲ ਕਰਦੇ ਹਾਂ। ਪ੍ਰੈਪੋਜੀਸ਼ਨ ਦੇ ਵਿੱਚ ਕੀ ਹੁੰਦਾ, ਉਹ ਜਾਂ ਤਾਂ ਕੋਈ ਟਾਈਮ ਦਿਖਾਉਂਦਾ ਹੁੰਦਾ, ਜਾਂ ਪਲੇਸ ਦਿਖਾਉਂਦਾ ਹੁੰਦਾ, ਜਾਂ ਕੀ ਦਿਖਾਉਂਦਾ ਹੁੰਦਾ, ਡਾਇਰੈਕਸ਼ਨ। ਠੀਕ ਹੈ, ਐਸ ਲਾਈਕ ਦਾ ਪੈਨ ਇਜ਼ ਔਨ ਦਾ ਟੇਬਲ। ਪੈਨ ਕਿੱਥੇ ਪਿਆ ਵਾ, ਟੇਬਲ ਦੇ ਉੱਤੇ, ਉਹ ਪਲੇਸ ਦਿਖਾ ਰਿਹਾ ਵਾ ਉਹਦੀ। ਠੀਕ ਹੈ, ਤਾਂ ਕਾਹਦਾ ਰੋਲ ਪਲੇ ਕਰ ਰਿਹਾ ਵਾ, ਪ੍ਰੈਪੋਜੀਸ਼ਨ। ਠੀਕ ਹੈ, ਪ੍ਰੈਪੋਜੀਸ਼ਨ ਦਾ ਰੋਲ ਤਾਂ ਹੀ ਪਲੇ ਕਰਦਾ ਹੋਊਗਾ ਜੇ ਉਹ ਕੀ ਦਿਖਾਊਗਾ, ਟਾਈਮ, ਪਲੇਸ ਤੇ ਡਾਇਰੈਕਸ਼ਨ। ਜੇ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਉਹ ਚੀਜ਼ ਨਹੀਂ ਦਿਖਾ ਰਹੀ, ਠੀਕ ਹੈ, ਉਹ ਸਿਰਫ ਜਿਹੜੀ ਸੈਂਟੈਂਸ ਨੇ ਜਾਂ ਵਰਡਸ ਨੂੰ ਕਨੈਕਟ ਕਰ ਰਹੀ ਆ, ਤਾਂ ਉਹ ਕਾਹਦਾ ਰੋਲ ਪਲੇ ਕਰ ਰਹੀ ਹੈ, ਕੰਜੰਕਸ਼ਨ। ਠੀਕ ਹੈ, ਹੁਣ ਆਪਾਂ ਨੇ ਕੰਜੰਕਸ਼ਨ। ਕੰਜੰਕਸ਼ਨ ਕੀ ਹੁੰਦੇ ਨੇ, ਕੰਜੰਕਸ਼ਨ ਆਪਾਂ ਯੂਜ਼ ਕਰਦੇ ਆ ਜੁਆਇਨਿੰਗ ਦਾ ਵਰਡਸ, ਫਰੇਜ਼ਸ, ਕਲੋਜ਼ਸ ਐਂਡ ਸੈਂਟੈਂਸਸ। ਜਿਹੜਾ ਕਿ ਦੋ ਵਰਡਸ, ਦੋ ਸੈਂਟੈਂਸਸ, ਠੀਕ ਹੈ, ਉਹਨਾਂ ਨੂੰ ਜੋੜਦਾ ਹੋਵੇ। ਜਿਵੇਂ ਕਿ ਲਾ ਲਓ ਐਂਡ ਹੋ ਗਿਆ, ਆਲਦੋ, ਇਫ, ਔਰ, ਠੀਕ ਹੈ, ਆ ਸਾਰੇ ਕੀ ਹੁੰਦੇ ਨੇ, ਆਪਣੇ ਕੰਜੰਕਸ਼ਨ ਹੁੰਦੇ ਨੇ। ਠੀਕ ਹੈ, ਐਜ਼ ਲਾਈਕ ਰਾਮ ਐਂਡ ਸ਼ਾਮ ਆਰ ਗੋਇੰਗ ਫॉर ਅ ਵਾਕ। ਹੁਣ ਉਹਨੇ ਐਂਡ ਲੱਗਿਆ ਹੋਇਆ, ਠੀਕ ਹੈ, ਹੁਣ ਉਹ ਕਿਸੇ ਟਾਈਮ, ਪਲੇਸ, ਡਾਇਰੈਕਸ਼ਨ ਦੀ ਗੱਲ ਕਰ ਰਿਹਾ, ਨਹੀਂ ਕਰ ਰਿਹਾ ਨਾ। ਕੀ ਕਰ ਰਿਹਾ, ਉਹ ਰਾਮ ਐਂਡ ਸ਼ਾਮ ਨੂੰ ਦੋਨਾਂ ਨੂੰ ਜੋੜ ਰਿਹਾ ਵਾ, ਵੀ ਦੋਨੋਂ ਜਾਣੇ ਕਰ ਰਹੇ ਨੇ ਕੰਮ, ਕੀ ਕਰ ਰਹੇ ਨੇ, ਵਾਕ ਤੇ ਜਾ ਰਹੇ ਨੇ। ਤਾਂ ਕੀ ਉੱਥੇ ਕਾਹਦਾ ਰੋਲ ਪਲੇ ਕਰ ਰਿਹਾ ਵਾ, ਉਹ ਕੰਜੰਕਸ਼ਨ ਦਾ ਰੋਲ ਪਲੇ। ਕੰਜੰਕਸ਼ਨ ਦਾ ਰੋਲ ਤਦ ਪਲੇ ਕਰਦਾ ਹੁੰਦਾ ਵਾ ਜਦ ਉਹ ਦੋ ਸੈਂਟੈਂਸਸ, ਵਰਡਸ ਜਾਂ ਕਲੌਜ਼ਸ ਨੂੰ ਕੀ ਕਰਦਾ ਹੋਵੇ, ਜੋੜਦਾ। ਠੀਕ ਹੈ, ਜਦ ਉਹਨਾਂ ਨੂੰ ਜੋੜੇ ਤਾਂ ਕਾਹਦਾ ਰੋਲ ਪਲੇ ਕਰੂਗਾ, ਉਹ ਕੰਜੰਕਸ਼ਨ ਦਾ। ਜੇ ਆਪਾਂ ਨੂੰ ਉਹ ਟਾਈਮ, ਪਲੇਸ ਤੇ ਡਾਇਰੈਕਸ਼ਨ ਦਿਖਾਵੇ ਤਾਂ ਕਾਹਦਾ ਰੋਲ ਪਲੇ ਕਰੂਗਾ, ਪ੍ਰੈਪੋਜੀਸ਼ਨਸ ਦਾ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਕੰਜੰਕਸ਼ਨ ਦੇ ਟਾਈਪਸ ਆਉਂਦੇ ਆ। ਉਹਨੇ ਨਾ ਥੋੜਾ ਗਲਤ ਲਿਖਿਆ ਹੋਇਆ, ਠੀਕ ਹੈ, ਉਹਨੂੰ ਮਾੜਾ ਜਿਹਾ ਤੁਸੀਂ ਲਿਖ ਲਓਗੇ ਕਾਪੀ ਤੇ ਤਾਂ ਵਧੀਆ ਵਾ। ਇਹਨਾਂ ਨੂੰ ਲਿਖ ਲਓ। ਡਨ ਹੈ। ਆਪਣੇ ਕੋਲ ਕਿਹੜੇ ਹੁੰਦੇ ਨੇ, ਕੋਆਰਡੀਨੇਟ ਕੰਜੰਕਸ਼ਨਸ। ਠੀਕ ਹੈ, ਇਹ ਲਿਮਿਟਡ ਹੁੰਦੇ ਨੇ। ਠੀਕ ਹੈ, ਉਹਨਾਂ ਨੂੰ ਯਾਦ ਕਰਨ ਦਾ ਤਰੀਕਾ ਕੀ ਆ, ਫੈਨ ਵॉइस। ਠੀਕ ਹੈ, F ਤੋਂ for, A ਤੋਂ and, N ਤੋਂ nor, B ਤੋਂ but, O ਤੋਂ or, Y ਤੋਂ yet ਤੇ S ਤੋਂ so। ਠੀਕ ਹੈ, ਜਿੱਥੇ ਵੀ ਆਪਣੇ ਕੋਲ ਆ ਲੱਗੇ ਹੋਣ ਤੇ ਉਹ ਦੋ ਫਰੇਜ਼ਸ, ਕਲੌਜ਼ਸ ਜਾਂ ਸੈਂਟੈਂਸਸ ਨੂੰ ਜੋੜਦੇ ਹੋਣ ਤਾਂ ਕਾਹਦਾ ਰੋਲ ਪਲੇ ਕਰ ਰਹੇ ਨੇ, ਕੋਆਰਡੀਨੇਟ ਕੰਜੰਕਸ਼ਨ ਦਾ। ਹੁਣ ਕੋਆਰਡੀਨੇਟ ਕੰਜੰਕਸ਼ਨ ਹੁੰਦੇ ਕੀ ਨੇ, ਜਿਹਦੇ ਵਿੱਚ ਨਾ ਆਪਣੇ ਜਿਹੜੇ ਦੋ ਚੀਜ਼ਾਂ ਜੋੜਦੇ ਪਏ ਆ, ਠੀਕ ਆ, ਉਹ ਇਕੁਅਲ ਹੋਣ। ਇਨ ਦਾ ਸੈਂਸ ਮੈਂ ਕਹਿ ਰਿਹਾ ਰਾਮ ਐਂਡ ਸ਼ਾਮ, ਉਹਦੇ ਮੈਂ ਐਂਡ ਲਾ ਰਿਹਾ, ਠੀਕ ਆ, ਐਂਡ ਦਾ ਮੀਨਿੰਗ ਲਾ ਰਿਹਾ ਮੈਂ ਤਾਂ ਕਿਹੜਾ, ਇਹ ਕੋਆਰਡੀਨੇਟ। ਹੁਣ ਕੋਆਰਡੀਨੇਟ ਕੀ ਹੋਇਆ, ਦੋਨੋਂ ਨਾउन्स ਦੀ ਗੱਲ ਕਰ ਰਹੇ ਨਾ, ਰਾਮ ਐਂਡ ਸ਼ਾਮ ਦੋਨੋਂ ਇਕੁਅਲ ਨੇ ਨਾ, ਤਾਂ ਉੱਥੇ ਕਾਹਦਾ ਰੋਲ ਪਲੇ ਕਰਦਾ ਹੋਊਗਾ, ਉਹ ਕੋਆਰਡੀਨੇਟ ਕੰਜੰਕਸ਼ਨ। ਜਿੱਥੇ ਆਪਣੇ ਕੋਲ ਇਕੁਅਲ ਨੂੰ ਜੋੜਦਾ ਹੋਵੇ, ਇਕੁਅਲ ਚੀਜ਼ਾਂ ਨੂੰ ਜੋੜਦਾ ਹੋਵੇ, ਤਾਂ ਉੱਥੇ ਕਾਹਦਾ ਰੋਲ ਪਲੇ ਕਰਦਾ ਹੁੰਦਾ ਹੈ, ਕੋਆਰਡੀਨੇਟ ਕੰਜੰਕਸ਼ਨ ਦਾ। ਠੀਕ ਹੈ, ਫਿਰ ਆਪਣੇ ਕੋਲ ਅੱਗੇ ਹੈਗਾ ਵਾ ਸਬਆਰਡੀਨੇਟ। ਸਬਆਰਡੀਨੇਟ ਨੂੰ ਆਪਾਂ ਹੋਰ ਕੀ ਕਰ ਦਿੰਦੇ ਆ, ਡਿਪੈਂਡੈਂਟ। ਪਹਿਲੀ ਵਾਲੀ ਚੀਜ਼ ਦੂਸਰੀ ਵਾਲੀ ਚੀਜ਼ ਤੇ ਕੀ ਕਰਦੀ ਹੋਵੇ, ਡਿਪੈਂਡ ਕਰਦੀ ਹੋਵੇ, ਤਾਂ ਕਿਹੜਾ ਹੁੰਦਾ ਵਾ, ਸਬਆਰਡੀਨੇਟ।
ठीक है, एज लाइक इफ ही इज हियर आई शैल कॉल ऑन हिम, ठीक है, जे वो इत्थे होगा ਤਾਂ मैं ਉਹਨੂੰ ਬੁਲਾਉਂਗੀ। ਇੱਕ ਪਹਿਲੀ ਵਾਲੀ ਚੀਜ਼ ਦੂਸਰੀ ਵਾਲੀ ਚੀਜ਼ ਤੇ ਕੀ ਕਰ ਰਹੀ ਆ, ਡਿਪੈਂਡ ਕਰ ਰਹੀ ਆ। ਜਦ ਵੀ ਆਪਣੇ ਕੋਲ ਉਹ ਚੀਜ਼ ਡਿਪੈਂਡ ਕਰਦੀ ਹੋਵੇ, ਠੀਕ ਹੈ, ਐਸ ਲਾਈਕ ਆਪਾਂ ਹੋਰ ਕੋਈ ਐਗਜ਼ਾਮਪਲ ਦੇ, ਆਲਦੋ ਹੀ ਵਾਸ ਪੂਅਰ ਯੈਟ ਹੀ ਵਾਸ ਹੋਨੈਸਟ, ਠੀਕ ਹੈ, ਚਾਹੇ ਉਹ ਪੂਅਰ ਆ ਫਿਰ ਵੀ ਕੀ ਆ ਉਹ ਵਫਾਦਾਰ ਆ, ਠੀਕ ਹੈ, ਉੱਥੇ ਵੀ ਕੀ ਆ ਉਹ सबऑर्डिनेट। सबऑर्डिनेट कहते लास्ट वाली चीज या पहली वाली चीज दोनों एक दूसरे ते की कर रहे हैं, डिपेंड कर रही हैं, ठीक है, जिथे भी डिपेंड करता होवे तां काहदा करदा हुंदा सबऑर्डिनेट। हुण एक अपने कोल एक होर हुंदा वा जेहड़ा इत्थे नहीं लिखिया होया वा कोरिलेटिव या कोरिलेटिव भी कह दिंदे आपां इहनूं, कंडक्शन। Done it? Correlative conjunctions are those conjunctions in which we have two possibilities, ਜਿਹਦੇ ਵਿੱਚ ਆਪਣੇ ਕੋਲ ਦੋ possibilities ਹੋਣ, yes ਜਾਂ no ਵਾਲੀ, ਜਾਂ ਤਾਂ ਉਹ ਇੱਧਰ ਜਾਊਗਾ ਜਾਂ ਤਾਂ ਉਹ ਇੱਧਰ ਜਾਊਗਾ, either I or you, ਠੀਕ ਹੈ, go out of the class, ਜਾਂ ਤਾਂ ਮੈਂ ਜਾਊਂਗਾ ਜਾਂ ਤਾਂ ਤੂੰ ਜਾਏਗਾ ਕਲਾਸ ਦੇ ਬਾਹਰ। ਇਹਦੇ ਵਿੱਚ ਕੀ ਹੋ ਰਿਹਾ, ਆਪਣੇ ਕੋਲ ਦੋ possibilities ਬਣ ਰਹੀਆਂ ਨੇ, ਜਾਂ ਤਾਂ ਮੈਂ ਜਾ ਰਿਹਾ ਜਾਂ ਤਾਂ ਇਹ ਜਾ ਰਿਹਾ, ਠੀਕ ਹੈ। ਜਿੱਥੇ ਵੀ ਆਪਣੇ ਕੋਲ ਦੋ ਪੋਸਿਬਿਲਿਟੀਆਂ ਬਣਦੀਆਂ ਹੋਣ ਤਾਂ ਉੱਥੇ ਕਾਹਦਾ ਹੋਊਗਾ ਉਹ ਕੋਰਿਲੇਟਿਵ, ਠੀਕ ਹੈ। ਕੀ ਦੇਖਣਾ ਵਾ, ਜੇ ਦੋ ਪੋਸਿਬਿਲਿਟੀ ਬਣਦੀਆਂ ਨੇ ਤਾਂ ਦੋ ਪੋਸਿਬਿਲਿਟੀਆਂ ਬਣਦੀਆਂ ਨੇ ਤਾਂ ਕੋਰਿਲੇਟਿਵ, ਜੇ ਆਪਣੇ ਕੋਲ ਡਿਪੈਂਡ ਕਰ ਰਿਹਾ ਵਾ ਤਾਂ सबऑर्डिनेट, ਜੇ ਆਪਣੇ ਕੋਲ ਆ ਤਾਂ ਸਿੰਪਲੀ ਨੇ ਆ ਚੀਜ਼ ਆ ਗਈ, ਠੀਕ ਹੈ, ਕੰਜੰਕਸ਼ਨ ਦੇ ਵਿੱਚ ਤਾਂ ਕੀ ਹੋਊਗਾ ਉਹ ਕੋਆਰਡੀਨੇਟ, ਠੀਕ ਹੈ। ਆ ਸਾਰਾ ਆਪਣਾ ਕੰਜੰਕਸ਼ਨ ਡਨ, ਠੀਕ ਹੈ, ਕੋਈ ਪ੍ਰੋਬਲਮ ਇਹਦੇ ਵਿੱਚ, ਠੀਕ ਹੈ। फिर अपने को आते ने इंटरजैक्शन, नाल ही करने ना, सिंपल जी गल है। इंटरजैक्शंस किहड़े हुंदे ने, इंटरजैक्शंस आर दोस जिहड़े अपने एक्सप्रेस करन सडन कोई रिएक्शन, ठीक है, विच एक्सप्रेस अवर सडन रिएक्शन, जिवें कहने आ उच, ठीक है, कुछ भी आपां रिएक्शन करदे आ, ठीक है, ਉਹਦਾ मीनिंग नहीं हुंदा कुछ, ठीक है, आपां ਉਹ बोल ਦਿੰਦੇ ਆ ਤਾਂ ਉਹਨਾਂ ਨੂੰ ਆਪਾਂ इंटरजैक्शंस कहने ਹੁੰਦੇ आ। एज लाइक एग्जाम्पल देता है अलास, डियर, हाय, ओ, हेलो, वेल, आउच, ओ, ठीक है, आ सारे की हुंदे ने अपने इंटरजेक्शंस, ठीक है। इन्हां दे पिछे एक्सक्लेमेशन दा साइन पिया हुंदा वा, ठीक है, ਉਹ रिप्रेजेंट करदा वा भी ਇਹ ਇੱਕ वर्ड नहीं हैगा, ठीक है। ਉਹ ਜਿਵੇਂ ਨਾ ਆਪਾਂ एक्सक्लेमेशन ਦਾ ਸਾਈਨ ਕਰਦਾ ਥੋੜਾ ਉਹਨੂੰ ਖਿੱਚ ਦਿੰਦੇ ਆ ਨਾ ਵਰਡਸ ਨੂੰ, ਤਾਂ ਉਹਦੇ ਲਈ ਯੂਜ਼ ਕਰਦੇ ਹੁੰਦੇ ਆ, ਠੀਕ ਹੈ। ਹੁਣ ਆਪਾਂ ਉਹ ਨਹੀਂ ਬੋਲਦੇ ਆ, ਠੀਕ ਹੈ, ਉਹ ਯਾਰ, ठीक है, वो थोड़ा लंबा खिंचना होंदा है ना, ਤਾਂ आप एक्सक्लेमेशन ਦਾ ਸਾਈਨ ਯੂਜ਼ ਕਰਦੇ ਹੋ। ਇੰਟਰਜੈਕਸ਼ਨ ਦਾ ਮੀਨਿੰਗ ਕੀ ਆ, ਬਸ ਜਿਹੜਾ ਕਿ ਆਪਣੇ ਸਡਨ ਰਿਐਕਸ਼ਨ ਨੂੰ ਰਿਪਰੈਜ਼ੈਂਟ ਕਰੇ। ਜਿਵੇਂ ਕੋਈ ਅਲਾਸ ਆ, ਮੇਨ ਇਹਦੇ ਵਿੱਚ ਅਲਾਸ ਵਾਲਾ ਵਾ, ਜਾਂ ਨਾ ਪਤਾ ਲੱਗੇ ਤੁਹਾਨੂੰ, ਹੁਣ ਇਹਦੇ ਅਲਾਸ ਵਿੱਚ ਕੀ ਕਰਦੇ ਨੇ ਵੀ ਆਪਣਾ ਦੁੱਖ ਜ਼ਾਹਿਰ ਕਰਦੇ ਨੇ, ਠੀਕ ਹੈ। ਅਲਾਸ ਸ਼ੀ ਇਜ਼ ਡਾਈਡ ਨਾਓ, ਵੀ ਮੈਨੂੰ ਦੁੱਖ ਆ ਵੀ ਉਹ ਹੁਣ ਮਰ ਚੁੱਕਿਆ ਵਾ, ਠੀਕ ਹੈ। ਹੁਣ ਆਪਾਂ ਕੋਈ ਆਪਾਂ ਮੈਚ ਜਿੱਤ ਜੀਏ, ਠੀਕ ਹੈ, ਛਾਲਾ ਮਾਰਦੇ ਪੈਣੇ ਹੁੰਦੇ ਆ, ਉਹਦੇ ਵਿੱਚ ਆਪਾਂ ਰਿਐਕਸ਼ਨ ਦਿੰਨੇ ਹੁੰਨੇ ਆ ਬੋਲ ਕੇ, ਉਹ ਯੈਸ ਆਪਾਂ ਜਿੱਤ ਗਏ, ਠੀਕ ਆ, ਉਹ ਸਾਰੇ ਕਾਚ ਆ ਜਾਣਗੇ ਆਪਣੇ ਇੰਟਰਜੈਕਸ਼ਨਸ ਵਿੱਚ, ਠੀਕ ਹੈ। ਇੰਟਰਜੈਕਸ਼ਨਸ ਆਰ ਦੋਸ ਵਿਚ ਐਕਸਪ੍ਰੈਸ ਆਵਰ ਸਡਨ ਰਿਐਕਸ਼ਨ, ਜਿਹੜੀ ਆਪਣੀ ਸਡਨ ਰਿਐਕਸ਼ਨ ਨੂੰ ਐਕਸਪ੍ਰੈਸ ਕਰਨ, ਉਹ ਕੀ ਹੋਣਗੇ ਇੰਟਰਜੈਕਸ਼ਨਸ, ਠੀਕ ਹੈ। ਇੱਕ ਐਕਸਕਲੇਮੇਸ਼ਨ ਨਹੀਂ, ਐਕਸਕਲੇਮੇਸ਼ਨ ਆਰ ਦੋਸ ਵਿਚ ਟੇਕਸ ਅ ਸਾਊਂਡਸ ਮੋਰ ਵਾਈਡਰ, ਠੀਕ ਹੈ, ਜੇ ਆਪਣੇ ਜਿਹੜਾ ਸਾਊਂਡ ਹੋਊਗਾ ਉਹਨੂੰ ਥੋੜਾ ਖਿੱਚ ਕੇ ਲੈ ਕੇ ਚੱਲ ਜਾਣਗੇ, ਐਜ਼ ਲਾਈਕ ਓ ਯਾਰ, ਠੀਕ ਹੈ। ਇਹਦੇ ਵਿੱਚ ਉਹ ਜਿਹੜਾ ਵਾ ਉਹਨੂੰ ਥੋੜਾ ਵਰਡਸ ਨੂੰ ਆਪਾਂ ਖਿੱਚਤਾ ਨਾ ਤਾਂ ਉਹ ਬਸ ਐਕਸਕਲੇਮੇਸ਼ਨ ਹੋਊਗਾ। ਇੰਟਰਜੈਕਸ਼ਨ ਜਿਹੜੇ ਆਪਣੇ ਸਡਨ ਰਿਐਕਸ਼ਨ ਨੂੰ ਐਕਸਪ੍ਰੈਸ ਕਰਨ ਦੇ ਲਈ ਹੋ, ਜਿਵੇਂ ਆਪਾਂ ਇੱਕਦਮ ਚ ਜਿੱਤ ਗਏ ਤੇ ਕੋਈ ਮੈਚ ਜਿੱਤ ਗਏ, ਠੀਕ ਹੈ, ਉਹਨੂੰ ਐਕਸਪ੍ਰੈਸ ਕਰਨਾ ਹੋਵੇ ਖੁਸ਼ੀ ਨੂੰ, ਠੀਕ ਹੈ, ਓ ਯੈਸ ਵੀ ਵੋਨ, ਠੀਕ ਹੈ, ਉਹਦੇ ਲਈ ਕਦੇ ਯੂਜ਼ ਹੁੰਦੇ ਨੇ ਆਪਣਾ ਇੰਟਰਜੈਕਸ਼ਨ। ਨਾਓ ਵੀ ਵਿਲ ਡੂ ਫਰੇਜ਼ਸ ਐਂਡ ਕਲੌਜ਼ਸ। ਹੁਣ ਆ ਦੇਖੋ ਇਹਨਾਂ ਥੋੜਾ ਜਿਹਾ ਨਾ ਆਪਾਂ ਇਕੱਠੇ ਸਮਝ ਲੈਂਦੇ ਆ। ਸਭ ਤੋਂ ਪਹਿਲਾਂ ਤਾਂ ਫਰੇਜ਼ਸ, ਚਲੋ ਫਰੇਜ਼ਸ ਕਰਦੇ ਹਾਂ, ਠੀਕ ਹੈ। ਫਰੇਜ਼ਸ ਕੀ ਹੁੰਦੇ ਨੇ, ਹੁਣ ਇਨ ਦਾ ਸੈਂਸ ਨਾ ਆਪਣੇ ਜਿਵੇਂ ਕਿ ਆਪਾਂ ਨਾਊਨ, ਐਡਵਰਬ, ਪਾਰਟਸ ਆਫ ਸਪੀਚ ਸਾਰੇ ਪੜ੍ਹੇ ਹੋਏ ਨੇ, ਠੀਕ ਹੈ। ਹੁਣ ਉਹਦੇ ਵਿੱਚ ਨਾ ਆਪਾਂ ਇੱਕ ਵਰਡ ਸੇ ਕੰਬੀਨੇਸ਼ਨ, ਠੀਕ ਹੈ। ਹੁਣ ਜਿਵੇਂ ਆਪਾਂ ਕਹਿੰਦੇ ਆ ਅ ਬਿਊਟੀਫੁਲ ਹਾਊਸ, ਇਹ ਵਰਡਸ ਦਾ ਕੰਬੀਨੇਸ਼ਨ, ਠੀਕ ਹੈ। ਕੀ ਹੈ ਅ ਬਿਊਟੀਫੁਲ ਹਾਊਸ, ਇੱਕ ਸੁੰਦਰ ਘਰ,
ਠੀਕ ਹੈ। ਇਹਦਾ ਕੀ ਹੋਊਗਾ ਆਪ ਦਾ ਮੀਨਿੰਗ, ਠੀਕ ਹੈ, ਹੋਊਗਾ ਅ ਬਿਊਟੀਫੁਲ ਹਾਊਸ। ਕੀ ਹੁੰਦਾ ਸੁੰਦਰ ਘਰ, ਮੀਨਿੰਗ ਹੈਗਾ ਇਹਦਾ, ਠੀਕ ਹੈ। those who have a meaning but does not have verb and subject, ਠੀਕ ਹੈ। ਜਿਨ੍ਹਾਂ ਕੋਲ verb ਤੇ subject ਨਾ ਹੋਣ ਬਟ ਕੀ ਹੋਵੇ ਉਹਨਾਂ ਦਾ ਕੋਈ meaning ਹੋਵੇ, ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ phrases। ਹੁਣ ਆ ਬਿਊਟੀਫੁਲ ਹਾਊਸ ਆ, ਠੀਕ ਹੈ, ਇਹਦੇ ਵਿੱਚ ਕੋਈ subject ਹੈਗਾ ਨਹੀਂ ਹੈਗਾ, ਕੋਈ object ਸੌਰੀ verb ਹੈਗਾ ਵਾ ਨਹੀਂ ਹੈਗਾ, ਦੋਨੋਂ ਚੀਜ਼ਾਂ ਮਿਸਿੰਗ ਹੋਣ, ਠੀਕ ਹੈ, ਤਾਂ ਕੀ ਇਸ ਲਈ ਆਪਾਂ object ਨਹੀਂ ਕਹਿ ਦਿੰਦੇ, ਉਹਦਾ ਰੋਲ ਪਲੇ ਕਰਦਾ ਹੁੰਦਾ ਵਾ, ਤਾਂ ਉਹ ਚੀਜ਼ਾਂ ਜਿਹਦੇ ਵਿੱਚ ਉਹ ਦੋਨਾਂ ਚੀਜ਼ ਦੀ ਮਿਸਿੰਗ ਹੋਵੇ, ਵਰਡ ਸੇ ਆਪਾਂ ਨੂੰ ਕੰਬੀਨੇਸ਼ਨ ਨੂੰ ਕੀ ਕਹਿ ਦਿੰਦੇ ਆ phrases, ਠੀਕ ਹੈ। ਨਾ ਇਹਦੇ ਵਿੱਚ ਸਬਜੈਕਟ ਆ ਨਾ ਇਹਦੇ ਵਿੱਚ ਵਰਬ ਆ, ਇੱਕ ਵਰਡਸ ਨੂੰ ਕਲੈਕਟ ਕਰਕੇ ਕੁਝ ਨਵੀਂ ਚੀਜ਼ ਬਣਾ ਲਈ, ਬਿਊਟੀਫੁਲ ਹਾਊਸ ਸੁੰਦਰ ਘਰ, ਜਿਹਦਾ ਕੋਈ ਮੀਨਿੰਗ ਹੈਗਾ ਵਾ, ਉਹ ਆਪਣੇ ਕੋਲ ਕੀ ਹੋਣਗੇ phrases ਹੋਣਗੇ, ਠੀਕ ਹੈ। phrases ਨੂੰ ਅੰਡਰਸਟੈਂਡ ਹੋ ਗਿਆ ਕੀ ਨੇ, ਠੀਕ ਹੈ। phrases ਕੀ ਹੁੰਦੇ ਨੇ, ਵਰਡਸ ਦਾ ਇੱਕ ਗਰੁੱਪ ਜਾਂ ਇੱਕ ਕੰਬੀਨੇਸ਼ਨ ਜਿਹਦਾ ਕੋਈ ਮੀਨਿੰਗ ਹੋਵੇ ਬਟ ਉਹਦੇ ਵਿੱਚ ਸਬਜੈਕਟ ਤੇ ਵਰਬ ਨਾ ਹੋਣ, ਠੀਕ ਹੈ। ਇਹਨੂੰ ਆਪਾਂ ਕਿਤੇ ਲਾਵਾਂਗੇ, ਠੀਕ ਹੈ, ਤਾਂ ਇਹ ਇੱਕ ਸੈਂਟੈਂਸ ਬਣੂਗਾ। ਆਪ ਇਹ ਸੈਂਟੈਂਸ ਨਹੀਂ ਹੈਗਾ। ਸੈਂਟੈਂਸ ਦੇ ਵਿੱਚ ਆਪਣੇ ਕੋਲ ਕਿਹੜੀਆਂ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਇੱਕ ਸਬਜੈਕਟ ਤੇ ਇੱਕ ਵਰਬ, ਦੋਨੋਂ ਚੀਜ਼ਾਂ ਮਿਸਿੰਗ ਨੇ ਨਾ, ਇਸ ਕਰਕੇ ਕੋਈ ਸੈਂਟੈਂਸ ਨਹੀਂ ਹੈਗਾ, ਠੀਕ ਹੈ, ਠੀਕ ਹੈ। ਸੈਂਟੈਂਸ ਨਹੀਂ ਹੈਗਾ, ਬਸ ਕੀ ਆ ਗਰੁੱਪ ਆ ਵਰਡਸ ਆ, ਜਿਹੜਾ ਕੋਈ ਮੀਨਿੰਗ ਹੈਗਾ ਵਾ ਉਹਨੂੰ ਆਪਾਂ ਕੀ ਕਹਿ ਦਿੰਦੇ ਆ phrases ਕਹਿ ਦਿੰਦੇ ਆ, ਠੀਕ ਹੈ। ਹੁਣ ਇਹਦੇ ਵਿੱਚ ਆਪਣੇ ਕੋਲ ਟਾਈਪਸ ਹੋਣਗੇ, ਠੀਕ ਹੈ। ਜਿਹੜੇ ਪਾਰਟਸ ਆਫ ਸਪੀਚ ਨੇ ਉਹਨਾਂ ਨਾਲ ਕੋਈ ਵਰਡ ਲਾ ਦਾਂਗੇ, ਠੀਕ ਹੈ, ਤਾਂ ਉਹ ਆਪਣੇ ਕੋਲ ਕੀ ਬਣ ਜਾਣਗੇ phrases। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਨਾउन phrases। ਨਾउन phrases ਦੇ ਵਿੱਚ ਕੀ ਆ, ਹੁਣ ਆਹ ਦੇਖੋ ਕੋਈ ਵੀ ਨਾउन ਆ, ਐਜ਼ ਲਾਈਕ ਆਪਾਂ ਕਹਿੰਦੇ ਆ ਬਲੈਕ ਸ਼ਰਟ, ਨਾउन ਆ ਇਹ, ਠੀਕ ਹੈ, ਕਾਲੀ ਸ਼ਰਟ ਨਾउन ਦੇ ਵਿੱਚ ਆ ਗਿਆ। ਹੁਣ ਇਹਦੇ ਨਾਲ ਆਪਾਂ ਕੋਈ ਹੋਰ ਸੈਂਟੈਂਸ ਜੋੜ ਕੇ ਇਹਨੂੰ ਗਰੁੱਪ ਦਾ ਬਣਾ ਦਈਏ, ਅ ਬਿਊਟੀਫੁਲ ਨਾउन ਉਹ ਸੌਰੀ ਬਲੈਕ ਸ਼ਰਟ, ਜਾਂ ਆਪਾਂ ਕਹਿ ਦਿੰਦੇ ਆ ਨਾਈਸ ਬਲੈਕ ਸ਼ਰਟ, ਠੀਕ ਹੈ। ਇਹ ਸੈਂਟੈਂਸ ਆ ਵੀ ਸੋਹਣੀ ਕਾਲੀ ਸ਼ਰਟ, ਠੀਕ ਹੈ। ਆਪਾਂ ਨਾउन ਦੇ ਨਾਲ ਕੀ ਜੋੜਤਾ, ਇੱਕ ਵਰਡ ਜੋੜਤਾ, ਗਰੁੱਪ ਆਫ ਵਰਡਸ ਬਣਾਤਾ, ਠੀਕ ਹੈ, ਜਿਹਦਾ ਕੋਈ ਮੀਨਿੰਗ ਹੈਗਾ ਵਾ ਬਟ ਇਹ ਇੱਕ ਸੈਂਟੈਂਸ ਨਹੀਂ ਹੈਗਾ, ਠੀਕ ਹੈ। ਤਾਂ ਕੀ ਬਣ ਰਿਹਾ ਆਪਣਾ ਇਹ ਫਰੇਜ਼ ਬਣ ਰਿਹਾ, ਕਿਹੜਾ ਨਾ ਫਰੇਜ਼ ਬਣ ਰਿਹਾ ਵਾ ਨਾउन ਫਰੇਜ਼, ਠੀਕ ਹੈ। ਜਦ ਆਪਾਂ ਨਾउन ਦੇ ਨਾਲ ਕੁਝ ਵਰਡਸ ਜੋੜ ਦਾਂਗੇ ਉਹ ਗਰੁੱਪ ਨੂੰ ਲਵਾਂਗੇ ਤਾਂ ਨਾउन ਫਰੇਜ਼, ਵਰਬ ਨਾਲ ਜੋੜਾਂਗੇ ਤਾਂ ਵਰਬ ਫਰੇਜ਼, ਠੀਕ ਹੈ। ਐਡਵਰਬ ਨਾਲ ਜੋੜਾਂਗੇ ਐਡਵਰਬ ਫਰੇਜ਼, ਬਸ ਜਿਹਦੇ ਨਾਲ ਜੋੜੀ ਜਾਵਾਂਗੇ ਉਹ ਜਿਹੜਾ ਸੈਂਟੈਂਸ ਆਈ ਜਾਊਗਾ ਉਹ ਆਪਣਾ ਕੀ ਹੋਊਗਾ ਫਰੇਜ਼ ਹੋਊਗਾ, ਸਿੰਪਲ ਜੀ ਗੱਲ ਆ, ਠੀਕ ਹੈ। ਨਾउन ਨਾਲ ਜੋੜਿਆ ਨਾउन ਫਰੇਜ਼ ਹੋ ਗਿਆ। ਅਗਲੇ ਵਾਲਾ ਐਡਜੈਕਟਿਵ ਕਿਹੜਾ ਵਾ, ਪ੍ਰੈਪੋਜੀਸ਼ਨ ਫਰੇਜ਼। ਪ੍ਰੈਪੋਜੀਸ਼ਨ ਫਰੇਜ਼ ਇਨ ਦਾ ਸੈਂਸ ਔਨ ਦਾ ਰੂਫ, ਛੱਤ ਦੇ ਉੱਤੇ, ਰੂਫ ਦਾ ਮੀਨਿੰਗ ਹੁੰਦਾ ਛੱਤ, ਛੱਤ ਦੇ ਉੱਤੇ। ਔਨ ਆਪਣਾ ਕੀ ਆ ਪ੍ਰੈਪੋਜੀਸ਼ਨ, ਔਨ ਦਾ ਰੂਫ, ਛੱਤ ਦੇ ਉੱਤੇ ਆਪਾਂ ਨਾਲ ਜੋੜਤਾ, ਗਰੁੱਪ ਆਫ ਵਰਡਸ ਬਣਾ ਲਿਆ। ਹੁਣ ਉਹ ਗਰੁੱਪ ਆਫ ਵਰਡਸ ਆ ਆਪਣਾ ਕੋਈ ਮੀਨਿੰਗ ਹੈਗਾ ਵਾ ਬਟ ਇਹ ਇੱਕ ਸੈਂਟੈਂਸ ਨਹੀਂ ਹੈਗਾ, ਤਾਂ ਆਪਣੇ ਕੋਲ ਇਹ ਕਾਹਦਾ ਰੋਲ ਪਲੇ ਕਰ ਰਿਹਾ ਉਹਨੇ ਫਰੇਜ਼, ਠੀਕ ਹੈ। ਫਰੇਜ਼ ਕਿਹੜਾ ਵਾ, ਇਹ ਔਨ ਲੱਗਿਆ ਹੋਇਆ ਵਾ ਤਾਂ ਪ੍ਰੈਪੋਜੀਸ਼ਨ ਫਰੇਜ਼। ਆਪਾਂ ਦੇਖ ਲੈਣਾ ਵੀ ਉਹਦੇ ਨਾਲ ਕੀ ਲੱਗਿਆ ਹੋਇਆ ਵਾ, ਉਹੀ ਫਰੇਜ਼ ਆ ਰੋਲ ਪਲੇ ਕਰੂਗਾ, ਠੀਕ ਹੈ। ਆ ਪ੍ਰੈਪੋਜੀਸ਼ਨ ਫਰੇਜ਼ ਹੋ ਗਿਆ। ਫਿਰ ਆਪਣੇ ਕੋਲ ਅਗਲਾ ਹੈਗਾ ਵਾ ਐਡਜੈਕਟਿਵ ਫਰੇਜ਼, ਜਿਹੜਾ ਐਡਜੈਕਟਿਵ ਨਾਲ ਲੱਗਿਆ ਹੋਵੇ, ਐਜ਼ ਲਾਈਕ ਬॉय ਫਰੋਮ ਅਮਰੀਕਾ, ਠੀਕ ਹੈ, ਮੁੰਡਾ ਕਿੱਥੋਂ ਜੀ ਸੀਗਾ, ਅਮਰੀਕਾ ਤੋਂ, ਠੀਕ ਹੈ। ਉੱਤੇ ਲੱਗਿਆ ਹੋਇਆ ਵਾ ਹੀ ਇਜ਼ ਵੇਅਰਿੰਗ ਅ ਨਾਈਸ ਰੈਡ ਸ਼ਰਟ, ਠੀਕ ਹੈ, ਕਿਹੜੀ ਸ਼ਰਟ ਪਾਈ ਹੋਈ ਹੈ ਉਹਨੇ, ਨਾਈਸ। ਹੁਣ ਇਹ ਨਾ ਇਹ ਐਡਜੈਕਟਿਵ ਆਪ ਤੋਂ ਪੜ੍ਹੇ ਸੀਗੇ, ਯਾਦ ਨਹੀਂ ਕਿਸੇ ਨੂੰ ਕਿਹੜੇ ਸੀਗੇ, ਕਿਉਂ ਆਨਲਾਈਨ ਕਲਾਸ ਬੇਇੱਜ਼ਤੀ ਕਰਾਣੀ ਹੈ ਤੁਸੀਂ, YouTube ਤੇ ਪਾਊਗਾ, ਚਲੋ ਠੀਕ ਹੈ। ਹੁਣ ਆਪਣੇ ਕੋਲ ਜੇ ਵਰਬ ਫਰੇਜ਼, ਹੁਣ ਨਾ ਇੱਕ ਸਿਰਫ ਇਹਦੇ ਵਿੱਚ ਨਾ ਜਿਵੇਂ ਕਿ ਐਡਜੈਕਟਿਵ ਫਰੇਜ਼ ਹੋ ਗਿਆ, ਐਡਵਰਬ ਫਰੇਜ਼ ਹੋ ਗਿਆ, ਠੀਕ ਆ, ਹੋਰ ਕਿਹੜਾ ਹੋ ਗਿਆ ਆਪਣੇ ਕੋਲ, ਕੋਈ ਵੀ ਫਰੇਜ਼ ਹੋ ਗਿਆ। ਜਦ ਵੀ ਆਪਾਂ ਜਿਵੇਂ ਕਿ ਜਿਹੜੇ ਪਾਰਟਸ ਆਫ ਸਪੀਚ ਹੋ ਗਏ, ਠੀਕ ਆ, ਪਾਰਟਸ ਆਫ ਸਪੀਚ ਦੇ ਨਾਲ ਕੋਈ ਗਰੁੱਪ ਬਣਾਵਾਂਗੇ, ਠੀਕ ਹੈ। ਉਹ ਗਰੁੱਪ ਨੂੰ ਆਪਾਂ ਕੋਈ ਮੀਨਿੰਗ ਨਿਕਲਦਾ ਹੋਊਗਾ ਬਟ ਉਹ ਸੈਂਟੈਂਸ ਨਹੀਂ ਬਣਦਾ ਹੋਊਗਾ, ਬਸ ਉਹਦੇ ਪਿੱਛੇ ਉਹਦਾ ਫਰੇਜ਼ ਲਾ ਦੇਣਾ। ਐਡਜੈਕਟਿਵ ਫਰੇਜ਼, ਪ੍ਰੈਪੋਜੀਸ਼ਨ ਫਰੇਜ਼, ਨਾउन ਫਰੇਜ਼, ਐਡਵਰਬ ਫਰੇਜ਼, ਠੀਕ ਹੈ। ਬਸ ਇਹਨਾਂ ਦੇ ਵਿੱਚੋਂ ਇੱਕ ਡਿਫਰ ਕਰਦਾ ਵਾ, ਉਹ ਕਿਹੜਾ ਹੁੰਦਾ ਆਪਣਾ ਵਰਬ ਫਰੇਜ਼, ਠੀਕ ਹੈ।
वर्ब फ्रेज की हुंदा वा, वर्ब फ्रेज अपना कॉम्बिनेशन हुंदा वा, देखिए चलो वर्ब फ्रेज अपना कॉम्बिनेशन हुंदा वा हेल्पिंग वर्ब ते मेन वर्ब दा, ठीक है। जिथे अपना हेल्पिंग वर्ब ते मेन वर्ब दा कॉम्बिनेशन बनाइए वो अपना की हुंदा वा वर्ब फ्रेज, ठीक है। एज लाइक ही इज प्लेइंग, आ मेन वर्ब ਤੇ ਹੈਲਪਿੰਗ ਵਰਬ ਦਾ ਜਿਹੜਾ ਕੰਬੀਨੇਸ਼ਨ ਬਣੂਗਾ ਉਹਨੂੰ ਆਪਾਂ ਕੀ ਕਹਿ ਦਾਂਗੇ ਵਰਬ ਫਰੇਜ਼, ਠੀਕ ਹੈ। ਇਹਨਾਂ ਹੋਰ ਕੁਝ ਲਾਉਣ ਦੀ ਲੋੜ ਨਹੀਂ ਹੁੰਦੀ, ਬਸ ਇਹਨਾਂ ਦੋਨਾਂ ਦੇ ਕੰਬੀਨੇਸ਼ਨ ਨੂੰ ਆਪਾਂ ਕੀ ਕਹਿ ਦਿੰਦੇ ਆ ਵਰਬ ਫਰੇਜ਼ ਕਹਿ ਦਿੰਦੇ ਆ, ਠੀਕ ਹੈ। ਓਕੇ ਆ, ਹਾਂ ਬਈ ਫਰੇਜ਼ਸ ਆਪਣੇ ਕੋਲ ਉਹ ਹੁੰਦੇ ਨੇ ਜਿਨ੍ਹਾਂ ਦਾ ਆਪਦਾ ਕੋਈ ਸੈਂਟੈਂਸ ਹੋਵੇ, ਠੀਕ ਹੈ। ਸੈਂਟੈਂਸ ਦਾ ਕੋਈ ਮੀਨਿੰਗ ਹੋਵੇ ਐਜ਼ ਲਾਈਕ ਅ ਬਿਊਟੀਫੁਲ ਰੈਡ ਸ਼ਰਟ, ਠੀਕ ਹੈ। ਬਟ ਉਹ ਨਾ ਉਹਦੇ ਵਿੱਚ ਸਬਜੈਕਟ ਹੋਵੇ, ਮਤਲਬ ਕਿ ਸਬਜੈਕਟ ਤੇ ਵਰਬ ਦੋਨੋਂ ਇਕੱਠੇ ਨਾ ਹੋਣ, ਠੀਕ ਹੈ। ਸੈਂਟੈਂਸ ਨਾ ਬਣਦਾ ਹੋਵੇ ਬਟ ਉਹਦਾ ਕੋਈ ਆਪਦਾ ਮੀਨਿੰਗ ਹੋਵੇ, ਉਹ ਗਰੁੱਪ ਨੂੰ ਆਪਾਂ ਕੀ ਕਹਿ ਦਿੰਦੇ ਆ ਫਰੇਜ਼ ਕਹਿ ਦਿੰਦੇ ਆ, ਠੀਕ ਹੈ। ਹੁਣ ਆਪਣੇ ਕੋਲ ਥੋੜੇ ਮੋਟੇ ਹੋਰ ਇਹਨਾਂ ਦੇ ਟਾਈਪਸ ਦਿੱਤੇ ਹੋਏ ਨੇ, ਉਹ ਦੇਖ ਲੈਂਦੇ ਆ। ਐਜ਼ ਲਾਈਕ ਸਭ ਤੋਂ ਪਹਿਲਾਂ ਦਿੱਤੀ ਹੈ ਜੀਰੰਡ ਫਰੇਜ਼ਸ, ਠੀਕ ਹੈ। ਜੀਰੰਡ ਫਰੇਜ਼ਸ ਆਰ ਦ ਸਿੰਪਲ ਨਾउन ਫਰੇਜ਼ ਦੈਟ ਸਟਾਰਟਸ ਵਿਦ ਜੀਰੰਡ। ਜਿਹੜੇ ਕਿੱਥੋਂ ਦੀ ਸਟਾਰਟ ਹੋਣਗੇ ਜੀਰੰਡਸ, ਐਜ਼ ਲਾਈਕ ਗੋਇੰਗ, ਟੇਕਿੰਗ, ਠੀਕ ਹੈ, ਮੇਕਿੰਗ, ਕੁਝ ਵੀ ਹੋ ਗਿਆ ਵਰਬ ਤੋਂ ਸਟਾਰਟ ਹੋ ਰਹੇ ਨੇ, ਠੀਕ ਹੈ। ਜਿਹੜੇ ਵਰਬ ਤੋਂ ਸਟਾਰਟ ਹੋ ਰਹੇ ਨੇ ਉਹ ਕਿਹੜੇ ਹੋਣਗੇ ਆਪਣੇ ਜੀਰੰਡ ਫਰੇਜ਼ਸ, ਠੀਕ ਹੈ। ਹੁਣ ਗੋਇੰਗ ਹੋ ਗਿਆ, ਨਹੀਂ ਤਾਂ ਆਪਾਂ ਕੀ ਲਾਣੇ ਹੁੰਦੇ ਆ ਗੋਇੰਗ ਵਿੱਚ ਲਾਣੇ ਹੁੰਦੇ ਆ ਨਾ, ਜੇ ਵਿੱਚ ਲਾਵਾਂਗੇ ਹੀ ਇਜ਼ ਗੋਇੰਗ ਤਾਂ ਵਰਬ ਫਰੇਜ਼ ਬਣਾਊਗਾ ਇਸ ਤੇ ਗੋਇੰਗ ਦਾ। ਜੇ ਉਹ ਸੈਂਟੈਂਸ ਦੇ ਮੂਹਰੇ ਆ ਰਿਹਾ ਵਾ ਆਪਣਾ ਵਰਬ, ਠੀਕ ਹੈ, ਤਾਂ ਕਿਹੜਾ ਰੋਲ ਪਲੇ ਕਰ ਰਿਹਾ ਉਹ ਜੀਰੰਡ ਫਰੇਜ਼, ਠੀਕ ਹੈ। ਫਿਰ ਅੱਗੇ ਆਪਾਂ ਦੇਖਦੇ ਹਾਂ ਇਨਫਿਨਿਟਿਵ। ਐਂਡ ਇਨਫਿਨਿਟਿਵ ਫਰੇਜ਼ ਇਜ਼ ਅ ਨਾउन ਫਰੇਜ਼ ਦੈਟ ਬਿਗਨਸ ਵਿਦ ਐਨ ਇਨਫਿਨਿਟਿਵ, ਜਿਹੜਾ ਕਿਹਦੇ ਨਾਲ ਬਿਗਨ ਹੋਊਗਾ ਇਨਫਿਨਿਟਿਵ ਦੇ ਨਾਲ। ਇਨਫਿਨਿਟਿਵ ਫਰੇਜ਼ ਇਜ਼ ਆਲਵੇਸ ਫੰਕਸ਼ਨ ਐਡਜੈਕਟਿਵ ਔਰ ਨਾउन ਇਨ ਅ ਸੈਂਟੈਂਸ। ਹੁਣ ਕਹਿੰਦੇ ਨੇ ਵੀ ਜਿਹੜਾ ਇਨਫਿਨਿਟਿਵ ਫਰੇਜ਼ ਹੁੰਦਾ ਵਾ ਹਮੇਸ਼ਾ ਆਪਣਾ ਕਾਹਦਾ ਰੋਲ ਪਲੇ ਕਰਦਾ, ਇੱਕ ਤਾਂ ਐਡਜੈਕਟਿਵ ਦਾ ਕਰਦਾ ਵਾ ਤੇ ਦੂਸਰਾ ਨਾउन ਦਾ ਰੋਲ ਪਲੇ ਕਰਦਾ। ਐਡਜੈਕਟਿਵ ਹੁਣ ਹੀ ਲਾਈਕਸ ਟੂ ਰੀਡ ਅ ਬੁੱਕ, ਹੁਣ ਉਹਦੇ ਕਾਹਦਾ ਰੋਲ ਪਲੇ ਕਰ ਰਿਹਾ ਵਾ ਐਡਜੈਕਟਿਵ ਦਾ ਕਿ ਨਾउन ਦਾ? ਐਡਜੈਕਟਿਵ। ਹੀ ਲਾਈਕਸ ਟੂ ਰੀਡ ਅ ਬੁੱਕ, ਉਹਨੂੰ ਕੀ ਪਸੰਦ ਆ ਬੁੱਕਾਂ ਪੜ੍ਹਨੀਆਂ, ਤਾਂ ਉਹਦੇ ਉਹ ਹੁਣ ਜੇ ਆਪਣਾ ਉਹਦਾ ਨਾउन ਦਾ ਰੋਲ ਪਲੇ ਕਦੋਂ ਕਰਦਾ ਹੁੰਦਾ ਜਦ ਉਹ ਸੈਂਟੈਂਸ ਦੇ ਪਹਿਲਾਂ ਆਵੇ, ਠੀਕ ਹੈ। ਜੇ ਆਪਣੇ ਕੋਲ ਵਿਆਹ ਚ ਆਵੇ ਤਾਂ ਕਾਹਦਾ ਰੋਲ ਪਲੇ ਕਰਦਾ ਹੋਊਗਾ ਐਡਜੈਕਟਿਵ ਦਾ ਰੋਲ ਪਲੇ ਕਰਦਾ ਹੋਊਗਾ। ਤੇ ਇੱਕ ਹੋਰ ਕਿਹੜਾ ਵਾ ਪਾਰਟੀਸਿਪਲ, ਹੁਣ ਜਿਹਦੇ ਪਿੱਛੇ ed ਲੱਗਿਆ ਹੋਵੇ ਉਹ ਕਿਹੜੇ ਹੋਣਗੇ ਆਪਣੇ ਪਾਰਟੀਸਿਪਲ। ਐਜ਼ ਲਾਈਕ ਡੈਮੇਜ ਇਨ ਐਨ ਐਕਸੀਡੈਂਟ, ਨਾ ਇਹਦੇ ਵਿੱਚ ਸਬਜੈਕਟ ਤੇ ਵਰਬ ਦਾ ਕੰਬੀਨੇਸ਼ਨ ਨਹੀਂ ਹੈਗਾ, ਇਸ ਕਰਕੇ ਫਰੇਜ਼ ਆ। ਹੁਣ ਇਹਦੇ ਵਿੱਚ ed ਲੱਗਿਆ ਹੋਇਆ ਵਾ ਤਾਂ ਕਾਹਦਾ ਬਣ ਗਿਆ ਇਹ ਪਾਰਟੀਸਿਪਲ, ਠੀਕ ਹੈ। ਓਕੇ, ਅਗਲਾ ਆਪਣੇ ਕੋਲ ਕੀ ਆ ਕਲੌਜ਼। ਹੁਣ ਜਿਵੇਂ ਆਪਾਂ ਫਰੇਜ਼ਸ ਪੜ੍ਹੇ ਸੀ, ਫਰੇਜ਼ਸ ਦੇ ਵਿੱਚ ਕੀ ਸੀਗਾ ਆਪਣੇ ਕੋਲ ਗਰੁੱਪ ਆਫ ਵਰਡ ਸੀਗਾ, ਠੀਕ ਹੈ। ਗਰੁੱਪ ਆਫ ਵਰਡਸ ਦੇ ਵਿੱਚ ਆਪਣੇ ਕੋਲ ਸਬਜੈਕਟ ਤੇ ਜਿਹੜੇ ਵਰਬ ਆਉ ਕੀ ਕਰ ਰਹੇ ਸੀਗੇ ਲੈ ਕਰ ਰਹੇ ਸੀਗੇ। ਕੱਲਾ ਸਬਜੈਕਟ ਆ ਗਿਆ ਬਟ ਵਰਬ ਨਹੀਂ ਆਇਆ, ਸੈਂਟੈਂਸ ਨਹੀਂ ਬਣਿਆ, ਤਾਂ ਉਹ ਕੀ ਬਣ ਰਿਹਾ ਸੀਗਾ ਫਰੇਜ਼। ਹੁਣ ਕਲੌਜ਼ ਦੇ ਵਿੱਚ ਕੀ ਆ ਸਬਜੈਕਟ ਵੀ ਆ ਜਾਵੇ ਤੇ ਵਰਬ ਵੀ ਆ ਜਾਵੇ, ਠੀਕ ਹੈ। ਉਹ ਗਰੁੱਪ ਆਫ ਵਰਡਸ ਨੂੰ ਆਪਾਂ ਕੀ ਕਰ ਦਾਂਗੇ ਫਰੇਜ਼, ਸੌਰੀ ਕਲੌਜ਼, ਠੀਕ ਹੈ, ਜਿਹਦੇ ਵਿੱਚ ਸਬਜੈਕਟ ਵੀ ਹੋਵੇ ਤੇ ਵਰਬ ਵੀ ਹੋਵੇ, ਠੀਕ ਹੈ, ਤੇ ਉਹਨਾਂ ਦਾ ਕੋਈ ਮੀਨਿੰਗ ਵੀ ਮੰਨਦਾ ਹੋਵੇ, ਠੀਕ ਹੈ, ਉਹਨੂੰ ਆਪਾਂ ਕੀ ਕਹਿ ਦਾਂਗੇ ਕਲੌਜ਼, ਠੀਕ ਹੈ। ਫਰੇਜ਼ ਦੇ ਵਿੱਚ ਤੇ ਕਲੌਜ਼ ਦੇ ਵਿੱਚ ਡਿਫਰੈਂਸ ਆਈ ਹੁੰਦਾ, ਉਹ ਚ ਸਬਜੈਕਟ ਤੇ ਵਰਬ ਨਹੀਂ ਹੁੰਦੇ ਇਕੱਠੇ, ਇਹਦੇ ਵਿੱਚ ਸਬਜੈਕਟ ਤੇ ਵਰਬ ਹੁੰਦੇ ਨੇ। ਇਨ ਦਾ ਸੈਂਸ ਆਪਾਂ ਦੇਖਦੇ ਆ ਆਈ ਵਿਲ ਮੀਟ ਹਿਮ, ਮੈਂ ਉਹਨੂੰ ਮਿਲਾਂਗਾ। ਹੁਣ ਵਿਲ ਮੀਟ ਹਿਮ, ਠੀਕ ਹੈ, ਵਿਲ ਮੀਟ ਹਿਮ ਦਾ ਮੀਨਿੰਗ ਹੈਗਾ ਵਾ ਹਾਂ ਮੈਂ ਉਹਨੂੰ ਮਿਲਾਂਗਾ, ਠੀਕ ਹੈ। ਇਹਦੇ ਵਿੱਚ ਉਹ ਆਪਣੇ ਕੋਲ ਵਰਬ ਕਿਹੜਾ ਆ ਰਿਹਾ ਵਾ ਮੀਟ, ਠੀਕ ਹੈ। ਹਿਮ ਕੀ ਆ ਰਿਹਾ ਆਪਣੇ ਕੋਲ ਸਬਜੈਕਟ, ਠੀਕ ਹੈ। ਮਤਲਬ ਕਿ ਕੋਈ ਸਬਜੈਕਟ ਵੀ ਹੋਵੇ ਤੇ ਕੀ ਹੋਵੇ ਆਪਣੇ ਕੋਲ ਵਰਬ ਵੀ ਹੋਵੇ, ਠੀਕ ਹੈ, ਤਾਂ ਕੀ ਰੋਲ ਪਲੇ ਕਰੂਗਾ ਉਹ ਕਲੌਜ਼ ਦਾ ਰੋਲ ਪਲੇ। ਹੁਣ ਕਲੌਜ਼ ਵੀ ਆਪਣੇ ਕੋਲ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਆਪਣੇ ਕੋਲ ਇੰਡੀਪੈਂਡੈਂਟ, ਇੱਕ ਹੁੰਦਾ ਆਪਣੇ ਕੋਲ ਡਿਪੈਂਡੈਂਟ, ਠੀਕ ਹੈ। ਹੁਣ ਇੰਡੀਪੈਂਡੈਂਟ ਜੈਸ ਲਾਈਕ ਯੂ ਮੇ ਸਿਟ, ਆ ਕਿਹੜੇ ਹੁੰਦੇ ਨੇ
ਇੰਡੀਪੈਂਡੈਂਟ। ਠੀਕ ਹੈ, ਜਿਹਦੇ ਵਿੱਚ ਕੀ ਹੋਵੇ, ਸਬਜੈਕਟ ਹੋਵੇ, ਵਰਬ ਹੋਵੇ, ਠੀਕ ਹੈ, ਆਬਜੈਕਟ ਦੀ ਲੋੜ ਨਾ ਪਵੇ ਤੇ ਆਹ ਪੂਰਾ ਇੱਕ ਕੀ ਬਣਾਉਂਦੇ ਹੋ ਨਾ ਆਪਦਾ ਸੈਂਟੈਂਸ ਬਣਾਉਂਦੇ ਹੋ। ਠੀਕ ਹੈ, ਤੁਸੀਂ ਬਹਿ ਜਾਓ, ਪੂਰਾ ਸੈਂਟੈਂਸ ਬਣਿਆ ਨਾ, ਇਹ ਤੋਂ ਅੱਗੇ ਮੈਨੂੰ ਕੁਝ ਹੋਰ ਜੋੜਨ ਦੀ ਲੋੜ ਹੈਗੀ ਆ ਨਹੀਂ ਨਾ, ਤਾਂ ਇਹ ਕੀ ਹੋ ਜਾਣਗੇ, ਇੰਡੀਪੈਂਡੈਂਟ। ਇੰਡੀਪੈਂਡੈਂਟ ਕਲੌਜ਼ ਕਾਤੇ ਹੋਏ, ਕਿਉਂਕਿ ਇਹਦੇ ਵਿੱਚ ਕੀ ਆ, ਸਬਜੈਕਟ ਵੀ ਆਪਣੇ ਕੋਲ ਤੇ ਵਰਬ ਵੀ ਆ। ਠੀਕ ਹੈ, ਜੇ ਆ ਵਰਬ ਜਾਂ ਸਬਜੈਕਟ ਕੋਈ ਵੀ ਚੀਜ਼ ਸੌਰੀ ਮਿਸਿੰਗ ਹੁੰਦੀ ਤਾਂ ਕੱਚ ਚੱਲ ਦਿੰਦੇ ਹੋ, ਵਰਬ ਮਿਸਿੰਗ ਹੁੰਦੀ ਤਾਂ ਕੱਚ ਚੱਲ ਜਣੇ ਸੀ ਫਰੇਜ਼ ਦੇ ਵਿੱਚ। ਠੀਕ ਹੈ, ਹੁਣ ਆਪਣੇ ਕੋਲ ਆਉਂਦੇ ਨੇ ਅਗਲੇ ਡਿਪੈਂਡੈਂਟ ਕਲੌਜ਼, ਜਿਨ੍ਹਾਂ ਦੇ ਪਿੱਛੇ ਆਪਾਂ ਨੂੰ ਕੁਛ ਨਾ ਕੁਛ ਤਾਂ ਲਾਣਾ ਹੀ ਪਵੇ। ਐਜ਼ ਲਾਈਕ ਆਈ ਮੈਟ ਦਾ ਬॉय, ਮੈਂ ਮੁੰਡੇ ਨੂੰ ਮਿਲਿਆ। ਠੀਕ ਹੈ, ਹੁਣ ਆਦੇ ਵਿੱਚ ਕੀ ਆ, ਆਈ ਕਾਹਦਾ ਰੋਲ ਪਲੇ ਕਰ ਰਿਹਾ ਵਾ, ਸਬਜੈਕਟ ਦਾ, ਮੈਟ ਕਾਹਦਾ ਰੋਲ ਪਲੇ ਕਰ ਰਿਹਾ ਵਾ, ਵਰਬ ਦਾ। ਠੀਕ ਹੈ, ਦੋਨੋਂ ਚੀਜ਼ਾਂ ਹੈਗੀਆਂ ਨੇ। ਹੁਣ ਆਈ ਮੈਟ ਦਾ ਬॉय ਪੂਰਾ ਸੈਂਟੈਂਸ ਬਣਾ ਰਿਹਾ ਨਹੀਂ ਬਣਾ ਰਿਹਾ। ਠੀਕ ਹੈ, ਮੈਂ ਮੁੰਡੇ ਨੂੰ ਮਿਲਿਆ, ਕੋਈ ਇਹਦੀ ਸੈਂਸ ਬਣਦੀ ਆ? ਠੀਕ ਹੈ, ਹੁਣ ਯੂ ਮੈਂ ਸਿਟ ਬੋਲਿਆ ਸੀਗਾ, ਤੁਸੀਂ ਬਹਿ ਜਾਓ। ਠੀਕ ਹੈ, ਉਹ ਤੋਂ ਅੱਗੇ ਮੈਨੂੰ ਕੁਝ ਹੋਰ ਲਾਉਣ ਦੀ ਲੋੜ ਹੈਗੀ ਆ ਨਹੀਂ ਨਾ। ਇਹਦੇ ਵਿੱਚ ਕੀ ਆ, ਆਈ ਮੈਟ ਦਾ ਬॉय, ਕਿਉਂ ਮਿਲਿਆ, ਕਿਹਨੂੰ ਮਿਲਿਆ, ਠੀਕ ਹੈ, ਜਾਂ ਕੌਣ ਸੀਗਾ ਉਹ। ਪੂਰਾ ਸੈਂਟੈਂਸ ਨੂੰ ਆਪਾਂ ਨੂੰ ਪੂਰਾ ਕਰਨ ਦੇ ਲਈ ਅੱਗੇ ਕੁਛ ਨਾ ਕੁਛ ਲਾਣਾ ਪੈਣਾ। ਠੀਕ ਹੈ, ਤਾਂ ਉਹਦੇ ਵਿੱਚ ਕੀ ਹੋਊਗਾ, ਆਪਣੇ ਕੋਲ ਡਿਪੈਂਡੈਂਟ ਹੋਊਗਾ। ਡਿਪੈਂਡੈਂਟ ਤੇ ਇੰਡੀਪੈਂਡੈਂਟ ਦੇ ਵਿੱਚ ਫਰਕ ਆਹੀ ਆ, ਜਿਹ ਚ ਆਪਾਂ ਨੂੰ ਅੱਗੇ ਹੋਰ ਲਾਣਾ, ਕਿਸੇ ਨਾਲ ਜੋੜਨਾ ਪਵੇ ਹੋ। ਠੀਕ ਹੈ, ਤਾਂ ਉਹ ਕੀ ਹੋਊਗਾ, ਡਿਪੈਂਡੈਂਟ। ਜੇ ਕਿਸੇ ਨਾਲ ਜੋੜਨਾ ਨਾ ਪਵੇ ਤਾਂ ਕੀ ਹੋਊਗਾ, ਉਹ ਇੰਡੀਪੈਂਡੈਂਟ ਹੋਊਗਾ। ਹੁਣ ਆਈ ਮੈਟ ਦਾ ਬॉय, ਮੈਂ ਮੁੰਡੇ ਨੂੰ ਮਿਲਿਆ। ਠੀਕ ਹੈ, ਇਹ ਆਪਣੇ ਵਿੱਚ ਕੋਈ ਕੰਪਲੀਟ ਸੈਂਟੈਂਸ ਨਹੀਂ ਬਣਾ ਰਿਹਾ। ਕੰਪਲੀਟ ਇਨ ਦਾ ਸੈਂਸ, ਜੋ ਹੁਣ ਇਹਨੂੰ ਯੂ ਮੈਂ ਸਿਟ ਨਾਲ ਕੰਪੇਅਰ ਕਰਕੇ ਦੇਖੋ, ਤੁਸੀਂ ਬਹਿ ਜਾਓ। ਠੀਕ ਹੈ, ਹੁਣ ਇਹ ਤੋਂ ਬਾਅਦ ਮੈਨੂੰ ਕੁਝ ਹੋਰ ਲਾਉਣ ਦੀ ਲੋੜ ਨਹੀਂ ਹੈਗੀ, ਉਹ ਪੂਰੇ ਹੀ ਆਪ ਦੇ ਵਿੱਚ ਇੱਕ ਸੈਂਟੈਂਸ ਆ ਵੀ ਤੁਸੀਂ ਬੈਠ ਜਾਓ। ਇਹਦੇ ਵਿੱਚ ਕੀ ਹੈ, ਮੈਟ ਦਾ ਬॉय, ਮੈਂ ਮੁੰਡੇ ਨੂੰ ਮਿਲਿਆ। ਠੀਕ ਹੈ, ਕੌਣ ਸੀਗਾ ਉਹ, ਜਾਂ ਕੁਝ ਉਹ ਮੁੰਡਾ ਹੈ ਕੌਣ ਸੀਗਾ, ਉਹਦੇ ਬਾਰੇ ਆਪਾਂ ਨੂੰ ਇਹਦੇ ਬਾਰੇ ਨਹੀਂ ਦੱਸਿਆ। ਇਹਨੂੰ ਆਪਾਂ ਪੂਰਾ ਇਨ ਦਾ ਸੈਂਸ ਬੋਲ, ਹੁਣ ਮੈਂ ਕਿਸੇ ਨੂੰ ਬੋਲਦਾ ਆਈ ਮੈਟ ਦਾ ਬॉय, ਐ ਬੋਲ ਕੇ ਨਿਕਲ ਜਾਊਗਾ ਨਹੀਂ ਨਾ। ਮੈਂ ਕੋਈ ਉਹਦੇ ਨਾਲ ਗੱਲ ਕਰ ਰਿਹਾ ਵਾਂ ਤਾਂ ਮੈਨੂੰ ਦੱਸਣਾ ਪਊਗਾ ਕੌਣ ਸੀਗਾ ਉਹ। ਠੀਕ ਹੈ, ਜਾਂ ਕੁਝ ਹੋਰ ਉਹਦੇ ਬਾਰੇ ਇਨਫੋਰਮੇਸ਼ਨ ਦਵਾਂ ਮੈਂ, ਸਮਝ ਰਹੇ ਹੋ? ਠੀਕ ਹੈ, ਤਾਂ ਉਹ ਕੱਚ ਆ ਜਾਣਗੇ ਆਪਣੇ ਡਿਪੈਂਡੈਂਟ ਦੇ। ਆਈ ਮੈਟ ਦਾ ਬॉय ਹੂ ਹੈਲਪਡ ਮੀ, ਜਿਹਨੇ ਮੇਰੀ ਮਦਦ ਕੀਤੀ। ਠੀਕ ਹੈ, ਹੂ ਆਈ ਹੈਵ ਸੀਨ ਯੈਸਟਰਡੇ, ਜਿਹਨੂੰ ਮੈਂ ਕੱਲ ਦੇਖਿਆ ਸੀ। ਕੀ ਹੋ ਗਿਆ ਤੈਨੂੰ, ਕੀ ਲੱਭ ਕੀ ਰਿਹਾ ਤੂੰ ਕਲਾਸ ਦੇ ਵਿੱਚ, ਕੀ ਲੱਭ ਰਿਹਾ, ਨਹੀਂ ਦੱਸ ਦੇ। ਕੋਈ ਚੂਹਾ ਚਾਹਾ ਉਹਨੇ, ਫਿਰ ਚਿਪਕਲੀ, ਡਰਦਾ ਪਿਆ ਕਿਸੇ ਚੀਜ਼ ਤੋਂ, ਫਿਰ ਉਹ ਟਾਈਮ ਤਾਂ ਘੜੀ ਤਾਂ ਇੱਥੇ ਲੱਗੀ ਹੋਈ ਹੈ, ਕੀ ਲੱਭ ਰਿਹਾ, ਦੱਸ ਤਾਂ ਸਹੀ, ਮਦਦ ਹੀ ਕਰਾ ਦੂੰਗਾ ਤੇਰੀ। ਮੰਨਦਾ ਵੀ ਨਹੀਂ ਹੁੰਦਾ। ਚਲੋ ਆ ਜਾਓ। ਹੁਣ ਕਲੌਜ਼ਸ, ਜਿਹੜੇ ਆਪਣੇ ਕਲੌਜ਼ਸ ਹੁੰਦੇ ਨੇ, ਵੇਅਰ ਆਰ ਦਾ ਕਲੌਜ਼ਸ। ਹਾਂ, ਸਬਆਰਡੀਨੇਟ, ਸਬਆਰਡੀਨੇਟ ਦਾ ਤੁਹਾਨੂੰ ਮਤਲਬ ਦੱਸਿਆ ਹੋਗਾ ਕੀ ਹੁੰਦਾ ਵਾ, ਡਿਪੈਂਡੈਂਟ। ਠੀਕ ਹੈ, ਸਬਆਰਡੀਨੇਟ ਦਾ ਦੂਸਰਾ ਮੀਨਿੰਗ ਕੀ ਹੁੰਦਾ ਵਾ, ਡਿਪੈਂਡੈਂਟ। ਔਰ ਇੱਕ ਔਰ ਤੇ ਐਂਡ ਦੇ ਵਿੱਚ ਫਰਕ ਜਾਣ ਲਓ। ਔਰ ਤੇ ਐਂਡ ਦੇ ਵਿੱਚ ਫਰਕ ਕੀ ਹੁੰਦਾ ਵਾ, ਜਿੱਥੇ ਆਪਾਂ ਔਰ ਲਾਣੇ ਹੁੰਦੇ ਆ, ਔਰ ਦਾ ਮੀਨਿੰਗ ਪੰਜਾਬੀ ਚ ਪਤਾ ਜੀ? ਠੀਕ ਹੈ, ਐਂਡ ਦਾ ਮੀਨਿੰਗ ਕੀ ਹੁੰਦਾ, ਅਤੇ। ਠੀਕ ਹੈ, ਉਹਨਾਂ ਦੇ ਵਿੱਚ ਔਰ ਦੇ ਵਿੱਚ ਜਦ ਆਪਾਂ ਕੋਈ ਵੀ ਵਰਡਸ ਲਾਣੇ ਹੁੰਦੇ ਆ, ਉਹਨਾਂ ਦੇ ਵਿੱਚੋਂ ਆਪਾਂ ਇੱਕ ਸਿਲੈਕਟ ਕਰਨਾ ਹੁੰਦਾ, ਜਾਂ ਤਾਂ ਆਹ ਕਰ ਲਓ ਜਾਂ ਤਾਂ ਆਹ ਕਰ ਲਓ। ਐਂਡ ਦੇ ਇੱਥੇ ਲੱਗਿਆ ਹੁੰਦਾ, ਉੱਥੇ ਦੋਨੋਂ ਹੀ ਸਿਲੈਕਟ ਕਰਨੇ ਪੈਂਦੇ। ਠੀਕ ਹੈ, ਰਾਮ ਐਂਡ ਸ਼ਾਮ ਗੋ ਆਊਟ ਆਫ ਦਾ ਕਲਾਸ, ਰਾਮ ਤੇ ਸ਼ਾਮ ਦੋਨਾਂ ਨੂੰ ਕਿੱਥੋਂ ਜਾਣਾ ਪੈਣਾ, ਬਾਹਰ। ਰਾਮ ਔਰ ਸ਼ਾਮ ਗੋ ਆਊਟ ਆਫ ਦਾ ਕਲਾਸ, ਜਾਂ ਤਾਂ ਰਾਮ ਜਾਵੇ ਜਾਂ ਤਾਂ ਸ਼ਾਮ ਜਾਵੇ। ਠੀਕ ਹੈ, ਹੁਣ ਅੱਗੇ ਆਪਣੇ ਕੋਲ ਜੇ ਕਲੌਜ਼ਸ ਹੁੰਦੇ ਨੇ, ਇਹਦੇ ਤਿੰਨ ਟਾਈਪਸ ਹੁੰਦੀਆਂ ਨੇ, ਇੱਕ ਨਾउन ਕਲੌਜ਼ਸ, ਇੱਕ ਐਡਜੈਕਟਿਵ ਕਲੌਜ਼ਸ ਤੇ ਦੂਸਰਾ ਐਡਵਰਬ ਕਲੌਜ਼। ਠੀਕ ਹੈ, ਨਾउन ਕਲੌਜ਼ਸ ਦੇ ਵਿੱਚ ਕੀ ਆ, ਹੁਣ ਨਾउन, ਠੀਕ ਹੈ, ਨਾउन ਕੀ ਹੁੰਦਾ ਆਪਣਾ, ਨੇਮ। ਕਿਸੇ ਵੀ ਚੀਜ਼ ਦੇ ਨਾਮ ਨੂੰ ਆਪਾਂ ਕੀ ਕਹਿੰਦੇ ਆ, ਨਾउन ਕਹਿ ਦਿੰਦੇ ਆ। ਹੁਣ ਨਾउन ਦੇ ਵਿੱਚ ਜਦ ਆਪਾਂ ਕੋਈ ਕਿਸੇ ਚੀਜ਼ ਦੇ ਨਾਮ ਦੇ ਨਾਲ ਵਰਡਸ ਆ, ਆਪਾਂ ਗਰੁੱਪ ਬਣਾ ਰਹੇ ਆ। ਠੀਕ ਹੈ, ਜਿਹਦੇ ਵਿੱਚ ਕੀ ਆ ਜਾਵੇ, ਇੱਕ ਸਬਜੈਕਟ ਵੀ ਆ ਜਾਵੇ ਤੇ ਦੂਸਰਾ ਵਰਬ ਵੀ ਆ ਜਾਵੇ। ਹੁਣ ਆਪਾਂ ਜਿਵੇਂ ਇਹਦੇ ਵਿੱਚ ਦੇਖਦੇ ਆ, that he will pass a test। ਠੀਕ ਹੈ, ਹੁਣ ਟੈਸਟ ਕੀ ਆ ਰਿਹਾ ਆਪਣਾ, ਨਾउन, ਪੇਪਰ। ਠੀਕ ਹੈ, ਐਗਜ਼ਾਮਸ ਨੂੰ ਆਪਾਂ ਕੀ ਕਹਿੰਦੇ ਆ, ਟੈਸਟ ਕਹਿ ਦਿੰਦੇ ਆ। ਪਾਸ, ਠੀਕ ਹੈ, ਕੀ ਕਰ ਜਵੇ ਉਹ, ਪਾਸ। ਹੀ ਆਪਣਾ ਕਾਹਦਾ ਰੋਲ ਪਲੇ ਕਰ ਰਿਹਾ ਵਾ, ਸਬਜੈਕਟ ਦਾ।
ਠੀਕ ਹੈ ਪਾਸ ਆਪਣਾ ਰੋਲ ਪਲੇ ਕਰ ਰਿਹਾ ਵਰਬ ਦਾ ਹੀ ਕਹਦਾ ਰੋਲ ਪਲੇ ਕਰ ਰਿਹਾ ਵਾ ਸਬਜੈਕਟ ਦਾ ਤੇ ਆਪਣੇ ਕੋਲ ਟੈਸਟ ਕਹਦਾ ਰੋਲ ਪਲੇ ਕਰ ਰਿਹਾ ਵਾ ਨਾਉਨ ਦਾ ਠੀਕ ਹੈ ਹੁਣ ਨਾਉਨ ਦੇ ਨਾਲ ਜੁੜ ਕੇ ਉਹ ਆਪਣਾ ਸੈਂਟੈਂਸ ਗਰੁੱਪ ਆਫ ਵਰਡਸ ਬਣਾਉਂਦੇ ਹੋਣ ਜਿਨ੍ਹਾਂ ਕੋਈ ਮੀਨਿੰਗ ਹੋਵੇ ਸਬਜੈਕਟ ਵੀ ਹੋਵੇ ਵਰਬ ਵੀ ਹੋਵੇ ਉਹਦੇ ਵਿੱਚ ਤਾਂ ਉਹ ਕਿਹੜਾ ਹੋਊਗਾ ਨਾਉਨ ਕਲੌਜ਼ ਹਾਂਜੀ ਅੱਛਾ ਕੁਝ ਬੋਲਦੇ ਅੱਛਾ ਨਾਉਨ ਕਲੌਜ਼ ਤੇ ਨਾਉਨ ਫਰੇਜ਼ ਦੇ ਵਿੱਚ ਬਸ ਆਹੀ ਫਰਕ ਆ ਜੇ ਆਪਣੇ ਕੋਲ ਵਿੱਚ ਸਬਜੈਕਟ ਤੇ ਵਿੱਚ ਵਰਬ ਆ ਜਾਵੇ ਤਾਂ ਉਹ ਕਲੌਜ਼ ਬਣ ਜਾਊਗਾ ਜੇ ਸਬਜੈਕਟ ਤੇ ਵਰਬ ਨਾ ਆਵੇ ਤਾਂ ਫਰੇਜ਼ ਠੀਕ ਹੈ ਫਿਰ ਆਪਣੇ ਕੋਲ ਹੁੰਦਾ ਵਾ ਐਡਜੈਕਟਿਵ ਕਲੌਜ਼ ਐਡਜੈਕਟਿਵ ਕਲੌਜ਼ ਦੇ ਵਿੱਚ ਕੀ ਹੁੰਦਾ ਵਾ ਹੁਣ ਐਡਜੈਕਟਿਵ ਪਹਿਲਾਂ ਤਾਂ ਕਿਹੜੇ ਹੁੰਦੇ ਸੀਗੇ ਐਡਜੈਕਟਿਵ ਉਹ ਹੁੰਦੇ ਸੀਗੇ ਜਿਹੜੇ ਨਾਉਨ ਨੂੰ ਆਪਣੇ ਕੀ ਕਰਦੇ ਸੀਗੇ ਮੋਡੀਫਾਈ ਕਰਦੇ ਸੀ ਨਾਉਨ ਹੋ ਗਿਆ ਪ੍ਰਨਾਉਨ ਹੋ ਗਿਆ ਉਹਨਾਂ ਨੂੰ ਕੀ ਕਰਦੇ ਹੁੰਦੇ ਸੀਗੇ ਮੋਡੀਫਾਈ ਕਰ ਦਿੰਦੇ ਸੀਗੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਸੀਗੇ ਐਡਜੈਕਟਿਵ ਐਜ਼ ਲਾਈਕ ਲੁਕਸ ਨਾਈਸ ਠੀਕ ਹੈ ਲੁਕਸ ਨਾਈਸ ਕੀ ਆ ਵੀ ਉਹ ਵਧੀਆ ਦਿਖਦਾ ਆਪਾਂ ਉਸ ਸੈਂਟੈਂਸ ਵਿੱਚ ਸੀ ਹੀ ਵੇਅਰ ਸ਼ਰਟ ਠੀਕ ਹੈ ਉਹਨੇ ਸ਼ਰਟ ਪਹਿਨੀ ਹੋਈ ਆ ਠੀਕ ਹੈ ਵਿਚ ਲੁਕਸ ਨਾਈਸ ਹੁਣ ਇਹਦੇ ਵਿੱਚ ਵਿਚ ਲੁਕਸ ਨਾਈਸ ਨਾਲ ਆਪਾਂ ਕੀ ਕਰ ਰਹੇ ਆ ਜਿਹੜੀ ਉਹ ਸ਼ਰਟ ਆ ਠੀਕ ਆ ਉਹਨੂੰ ਕੀ ਕਰ ਰਹੇ ਆ ਮੋਡੀਫਾਈ ਕਰ ਰਹੇ ਆ ਉਹਦੇ ਵਿੱਚ ਜਾਂ ਤਾਂ ਚੇਂਜਸ ਲੈ ਕੇ ਆ ਰਹੇ ਆ ਜਾਂ ਉਹਨੂੰ ਹੋਰ ਆਪਾਂ ਵਧੀਆ ਇਨ ਦਾ ਸੈਂਸ ਵੀ ਹੋਰ ਉਹਦੇ ਬਾਰੇ ਡੀਪਲੀ ਦੱਸ ਰਹੇ ਆ ਠੀਕ ਹੈ ਤਾਂ ਉਹ ਕਾਹਦਾ ਰੋਲ ਪਲੇ ਕਰ ਰਿਹਾ ਵਾ ਐਡਜੈਕਟਿਵ ਦਾ ਹੁਣ ਇਹ ਵਿਚ ਲੁਕ ਨਾਈਸ ਆ ਠੀਕ ਹੈ ਵਿਚ ਲੁਕਸ ਨਾਈਸ ਕੀ ਆ ਸ਼ਰਟ ਠੀਕ ਹੈ ਉਹਦੇ ਸਬਜੈਕਟ ਆਪਣਾ ਕਿਹੜਾ ਰੋਲ ਪਲੇ ਕਰ ਰਿਹਾ ਵਾ ਸ਼ਰਟ ਵਾਲਾ ਠੀਕ ਹੈ ਆਪਣੇ ਕੋਲ ਵਰਬ ਕਿਹੜਾ ਵਾ he wears shoes are part of the adjective modifies the shirt ਨਹੀਂ looks ਆ ਹਾਂ ਵਿੱਚ ਜਿਹੜਾ ਲਿਖਿਆ ਹੋਇਆ ਨਾ ਵਿੱਚ ਪ੍ਰਨਾਉਨ ਠੀਕ ਹੈ ਵਿੱਚ ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ ਸ਼ਰਟ ਦੇ ਨਾਲ ਠੀਕ ਹੈ ਪ੍ਰਨਾਉਨ ਦੇ ਵਿੱਚ ਕੀ ਹੁੰਦੇ ਨੇ ਜਿਹੜਾ ਆਪਾਂ ਕਿਸੇ ਨਾਉਨ ਦੀ ਜਗ੍ਹਾ ਯੂਜ਼ ਕਰ ਸਕੀਏ ਨਾਉਨ ਕੀ ਸੀਗਾ ਸ਼ਰਟ ਸ਼ਰਟ ਨੂੰ ਆਪਾਂ ਦੁਬਾਰਾ ਕਿਹਦੇ ਨਾਲ ਰਿਪਰੈਜ਼ੈਂਟ ਕਰਤਾ ਵਿੱਚ ਦੇ ਨਾਲ ਜੜੀ ਠੀਕ ਹੈ ਪ੍ਰਨਾਉਨ ਆ ਉਰੇ ਪ੍ਰਨਾਉਨ ਦੇ ਨਾਲ ਕੀ ਲੱਗਿਆ ਹੋਇਆ ਵਾ ਵਰਬ ਤੇ ਪਿੱਛੇ ਕੀ ਲੱਗਿਆ ਹੋਇਆ ਵਾ ਐਡਜੈਕਟਿਵ ਵਰਬ ਵੀ ਹੈਗਾ ਵਰਬ ਵੀ ਹੈਗਾ ਵਾ ਸਬਜੈਕਟ ਵੀ ਹੈ ਸਬਜੈਕਟ ਦੇ ਵਿੱਚ ਆਪਣੇ ਕੋਲ ਪ੍ਰਨਾਉਨ ਹੈਗਾ ਵਾ ਤੇ ਕੀ ਹੈਗਾ ਆਪਣੇ ਕੋਲ ਐਡਜੈਕਟਿਵ ਠੀਕ ਹੈ ਤਾਂ ਕਾਹਦਾ ਰੋਲ ਪਲੇ ਕਰ ਰਿਹਾ ਵਾ ਐਡਜੈਕਟਿਵ ਕਲੌਜ਼ ਫਿਰ ਆਪਣੇ ਕੋਲ ਆ ਗਏ ਐਡਵਰਬ ਐਸਾ ਤੁਹਾਨੂੰ ਕਰਾਣੇ ਨੇ ਬਟ ਫਿਰ ਵੀ ਆਪਾਂ ਦੇਖ ਲੈਂਗੇ ਡੋਂਟ ਗੋ ਬਿਫੋਰ ਹੀ ਕਮਸ ਉਹ ਨਾ ਜਾਓ ਜਦ ਤੱਕ ਕਿ ਉਹ ਆਵੇ ਨਾ ਹੀ ਕਾਹਦਾ ਰੋਲ ਪਲੇ ਕਰ ਰਿਹਾ ਵਾ ਸਬਜੈਕਟ ਦਾ ਕਮ ਕਾਹਦਾ ਰੋਲ ਪਲੇ ਕਰ ਰਿਹਾ ਵਾ ਵਰਬ ਦਾ ਹੁਣ ਐਸ ਕਾਹਦੇ ਲਾਇਆ ਹੋਇਆ ਉਰੇ ਨਾ ਐਸ ਕਾਹਦੇ ਲੱਗਿਆ ਬਿਕੋਜ਼ ਇਟਸ ਅ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਠੀਕ ਹੈ ਤਾਂ ਕਰਕੇ ਕੀ ਲੱਗਿਆ ਹੋਇਆ ਵਾ ਐਸ ਲੱਗਿਆ ਹੋਇਆ ਠੀਕ ਹੈ ਡੂ ਨਾਟ ਗੋ ਬਿਫੋਰ ਹੀ ਕਮਸ ਨਾ ਜਾਓ ਜਦ ਤੱਕ ਕਿ ਉਹ ਆਂਦਾ ਨਹੀਂ ਹੈਗਾ ਠੀਕ ਹੈ ਤਾਂ ਉਰੇ ਕਾਹਦਾ ਰੋਲ ਪਲੇ ਕਰ ਰਿਹਾ ਉਹ ਐਡਵਰਬ ਕਲੌਜ਼ ਠੀਕ ਹੈ ओके ठीक है अच्छा कुछ लिखेंगे चलो थोड़ा लिख देंगे